Good morning, students. Once again, welcome to my YouTube channel. Today, I am discuss about to the third chapter of to the microeconomics book. The name of the chapter is production function. Before starting this session, I will tell you my students subscribe my channel just do it for bright future for the better understanding related to the concepts of the economics, accounts, and business studies. So press their bell icon so you will be also get to the notification related to the my next video. I will start from this session. concept of to the production function ਹੁਣ ਜਿਹੜਾ ਪ੍ਰੋਡਕਸ਼ਨ ਫੰਕਸ਼ਨ ਹੁੰਦਾ ਉਹ ਕੀ ਹੁੰਦਾ ਵਾ, ਉਹ ਕਿੱਦਾਂ ਡੀਲ ਕਰਦਾ ਵਾ, ਜਾਂ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ, ਕਿਹੜੀਆਂ ਇਨਕਲੂਡ ਕੀਤੀਆਂ ਜਾਂਦੀਆਂ ਨੇ, ਅਸੀਂ ਉਹਦੇ ਬਾਰੇ ਇਸ ਦੇ ਵਿੱਚ ਡਿਸਕਸ ਕਰਾਂਗੇ। ਫਸਟ ਸਟਾਰਟ ਕਰਦੇ ਹਾਂ ਇਹਦੀ ਡੈਫੀਨੇਸ਼ਨ ਤੋਂ। ਪ੍ਰੋਡਕਸ਼ਨ ਫੰਕਸ਼ਨ ਇਜ਼ ਦੈਟ ਫੰਕਸ਼ਨ ਵਿਚ ਡਿਫਾਈਨਸ ਦੀ maximum amount of the output what can to be a produce of the given set of inputs output ਵੀ ਜਿਹੜੇ ਆਊਟਪੁੱਟ ਨਿਕਲਣ ਦੇ ਨਾਲ ਤੁਹਾਨੂੰ ਕਿਹੜੀਆਂ ਚੀਜ਼ਾਂ ਬਣ ਕੇ ਨਿਕਲਦੀਆਂ ਨੇ ਅਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਯੂਜ਼ ਕਰਕੇ ਇੱਕ ਚੀਜ਼ ਨੂੰ ਪ੍ਰੋਡਿਊਸ ਕਰਦੇ ਹੋ, ਉਹਨੂੰ ਅਸੀਂ ਕਹਿੰਦੇ ਹਾਂ ਪ੍ਰੋਡਕਸ਼ਨ ਫੰਕਸ਼ਨ ਕਹਿ ਦਿੰਦੇ ਹਾਂ। ਹੁਣ ਇੱਕ ਪ੍ਰੋਡਕਸ਼ਨ ਦੇ ਲਈ ਸਾਨੂੰ ਨੰਬਰ ਆਫ ਚੀਜ਼ਾਂ ਦੀ ਲੋੜ ਪੈਂਦੀ ਹੈ। ਫਸਟ ਹੈਗੀ ਆ ਲੇਬਰ, ਵੀ ਇੱਕ ਕੰਮ ਕਰਨ ਵਾਲੇ ਬੰਦੇ ਚਾਹੀਦੇ ਆ। ਪਾਵਰ ਐਂਡ ਫਿਊਲ, ਇਲੈਕਟ੍ਰਿਸਿਟੀ ਹੋਣੀ ਬਹੁਤ ਜ਼ਰੂਰੀ ਆ। ਮਸ਼ੀਨਰੀ ਹੋਣੀ ਬਹੁਤ ਜ਼ਰੂਰੀ ਆ। ਟੂਲਸ ਯਾਨੀ ਕਿ ਨਵੇਂ ਯੰਤਰ ਹੋਣੇ ਜ਼ਰੂਰੀ ਨੇ। ਫਿਜ਼ੀਕਲ ਫੋਰਸ ਯਾਨੀ ਕਿ ਬੰਦਿਆਂ ਦੇ ਨਾਲ ਹੋਰ ਜਿਹੜੇ ਅਦਰਸ ਜਿਹੜੀਆਂ ਫੋਰਸਿਸ ਨੇ ਉਹ ਵੀ ਜ਼ਰੂਰੀ ਨੇ। ਅਤੇ ਰॉ ਮਟੀਰੀਅਲ ਯਾਨੀ ਕਿ ਕੱਚਾ ਮਾਲ। ਜਦੋਂ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਇੱਕ ਅਸੈਂਬਲ ਕਰ ਲੈਂਦੇ ਹਾਂ ਤਾਂ ਅਸੀਂ ਇੱਕ ਪ੍ਰੋਡਕਸ਼ਨ ਫੰਕਸ਼ਨ ਦੇ ਵੱਲ ਚੱਲਦੇ ਹਾਂ। ਅਤੇ ਜਦੋਂ ਅਸੀਂ ਇਹਨਾਂ ਸਾਰਿਆਂ ਨਾਲ ਇੱਕ ਵਰਕ ਡਨ ਕਰ ਲੈਂਦੇ ਹਾਂ ਤਾਂ ਉਹ ਕੀ ਬਣ ਕੇ ਨਿਕਲ ਜਾਂਦੀ ਆ ਆਊਟਪੁੱਟ, ਜਾਂ ਉਹ ਕੁਆਂਟਿਟੀ ਜਿਹੜੀ ਅਸੀਂ ਬਣਾਉਣਾ ਚਾਹੁੰਦੇ ਸੀ ਉਹ ਚੀਜ਼ ਬਣ ਕੇ ਬਾਹਰ ਨਿਕਲ ਜਾਂਦੀ ਆ। ਨੈਕਸਟ ਹੈਗਾ ਵਾ ਵੀ ਪ੍ਰੋਡਕਸ਼ਨ ਫੰਕਸ਼ਨ ਹੁੰਦਾ ਕਿੰਨੇ ਟਾਈਪਸ ਦਾ ਵਾ, ਜਾਂ ਕੀ ਤਰ੍ਹਾਂ ਦੇ ਫੈਕਟਰ ਉਹਦੇ ਨਾਲ ਇਫੈਕਟ ਕਰਦੇ ਆ। ਤਾਂ ਅਸੀਂ ਕਰ ਰਹੇ ਹਾਂ ਟਾਈਪਸ ਆਫ ਦੀ ਪ੍ਰੋਡਕਸ਼ਨ ਫੰਕਸ਼ਨ, ਵੀ ਉਹਦੇ ਕਿੰਨੀਆਂ ਟਾਈਪਸ ਨੇ। ਪ੍ਰੋਡਕਸ਼ਨ ਫੰਕਸ਼ਨ ਦੀਆਂ ਦੋ ਟਾਈਪਸ ਨੇ, ਸ਼ਾਰਟ ਰਨ ਪ੍ਰੋਡਕਸ਼ਨ ਫੰਕਸ਼ਨ, ਇੱਕ ਲੌਂਗ ਰਨ। ਹੁਣ ਸ਼ਾਰਟ ਰਨ ਪ੍ਰੋਡਕਸ਼ਨ ਕੌਣ ਕਰਦਾ ਹੁੰਦਾ? ਉਹ ਬੰਦੇ ਜਿਹੜੇ ਕਿ ਜਿਨ੍ਹਾਂ ਦਾ ਮੇਨ ਕੰਮ ਕੀ ਹੁੰਦਾ ਵਾ, ਸਿਰਫ ਸੀਜ਼ਨ ਹੀ ਵਰਕ ਕਰਨਾ ਹੁੰਦਾ। ਉਹ ਕਦੀ ਇਹ ਨਹੀਂ ਸੋਚਦੇ ਵੀ ਅਸੀਂ ਲੰਬੇ ਸਮੇਂ ਲਈ ਉਹ ਕੰਮ ਕੰਟੀਨਿਊ ਰੱਖਣਾ ਵਾ, ਤਾਂ ਉਹ ਸ਼ਾਰਟ ਰਨ ਦੇ ਵਿੱਚ ਆਉਂਦੇ ਆ। ਇਹਦੀ ਐਗਜ਼ਾਮਪਲ ਹੁੰਦੀ ਆ ਆਈਸਕ੍ਰੀਮ, ਜਿਹੜੇ ਵਰਕਰਸ ਨੇ ਜਿਹੜੇ ਆਈਸਕ੍ਰੀਮ ਬਣਾਉਂਦੇ ਆ, ਜਾਂ ਆਈਸਕ੍ਰੀਮ ਇੰਡਸਟਰੀਜ਼ ਹੁੰਦੀਆਂ ਨੇ, ਉਹ ਪੂਰਾ ਸਾਲ ਨਹੀਂ ਆਈਸਕ੍ਰੀਮ ਨੂੰ ਬਣਾਉਂਦੇ ਹੈਗੇ। ਉਹ ਸਿਰਫ ਇੱਕ ਗਰਮੀ ਦਾ ਪਰਟੀਕੂਲਰ ਸੀਜ਼ਨ ਆ ਜਦੋਂ ਸੋਲਡ ਆਊਟ ਕਰਦੇ ਆ, ਯਾਨੀ ਕਿ ਉਹਦੀ ਪ੍ਰੋਡਕਸ਼ਨ ਜਿਹੜੀ ਜ਼ਿਆਦਾਤਰ ਹੁੰਦੀ ਆ ਉਹ ਕਦੋਂ ਹੁੰਦੀ ਆ? ਵਿੰਟਰ ਦੇ ਵਿੱਚ ਹੁੰਦੀ ਆ। ਨੈਕਸਟ ਹੈ ਲੌਂਗ ਰਨ। ਉਹ ਚੀਜ਼ਾਂ ਜਿਹਦੇ ਵਿੱਚ ਕੀ ਹੁੰਦੀਆਂ ਨੇ, ਉਹ ਸੋਚਦੇ ਆ ਵੀ ਅਸੀਂ ਕੀ ਆ ਲੰਬੇ ਸਮੇਂ ਤੱਕ ਲਈ ਬਿਜ਼ਨਸ ਕਰਨਾ ਵਾ, ਅਤੇ ਅਜਿਹਾ ਬਿਜ਼ਨਸ ਕਰਨਾ ਵਾ ਜਿਹੜਾ ਹਰੇਕ ਸਾਲ, ਚਾਹੇ ਉਹ ਸਰਦੀ ਹੋਵੇ ਗਰਮੀ ਹੋਵੇ, ਜਿਹੋ ਜਿਹੀ ਮਰਜ਼ੀ ਸੀਜ਼ਨ ਹੋਵੇ, ਅਸੀਂ ਉਹਦੇ ਵਿੱਚ ਵਰਕ ਪੂਰਾ ਕਰਨਾ ਹੀ ਕਰਨਾ ਵਾ। ਫੋਰ ਐਗਜ਼ਾਮਪਲ ਇਹਦੇ ਲਈ ਕੋਲਡ ਡਰਿੰਕ ਆ। ਕੋਲਡ ਡਰਿੰਕ ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ, ਹਰੇਕ ਪਰਸਨ ਅਫੋਰਡ ਕਰਦਾ ਵਾ ਅਤੇ ਉਹਨੂੰ ਡਰਿੰਕ ਕਰਦਾ ਵਾ, ਤਾਂ ਇਹ ਡਿਪੈਂਡ ਕਰਦਾ ਵਾ ਹਰੇਕ ਪਰਸਨ ਦੇ ਉੱਤੇ। ਤਾਂ ਹੁਣ ਜਿਹੜਾ ਸ਼ਾਰਟ ਰਨ ਆ, ਇਹਦੇ ਵਿੱਚ ਇੱਕ ਚੀਜ਼ ਯਾਦ ਰੱਖਣੀ ਆ ਵੀ ਇਹਦੇ ਵਿੱਚ ਇੱਕ ਫੈਕਟਰ ਹਮੇਸ਼ਾ ਸਾਡਾ ਕੌਨਸਟੈਂਟ ਰਹੇਗਾ, ਅਤੇ ਇੱਕ ਫੈਕਟਰ ਜਿਹੜਾ ਹੋਏਗਾ ਉਹ ਵੇਰੀਏਬਲ ਹੋਏਗਾ। ਕੌਨਸਟੈਂਟ ਦਾ ਮਤਲਬ ਵੀ ਜਦੋਂ ਅਸੀਂ ਕਿਸੇ ਚੀਜ਼ ਦੇ ਨਾਲ ਪ੍ਰੋਡਕਸ਼ਨ ਸ਼ੁਰੂ ਕਰਾਂਗੇ, ਸਾਡੇ ਦੋ ਫੈਕਟਰ ਜਿਹੜੇ ਮੇਨ ਮੰਨੇ ਜਾਂਦੇ ਆ ਪ੍ਰੋਡਕਸ਼ਨ ਦੇ ਵਿੱਚ, ਉਹ ਹੁੰਦਾ ਲੇਬਰ ਅਤੇ ਕੈਪੀਟਲ। ਅਤੇ ਲੇਬਰ ਅਤੇ ਕੈਪੀਟਲ ਕਿਸ ਤਰੀਕੇ ਨਾਲ ਯੂਜ਼ ਕਰਨੀ ਆ? ਕੀ ਲੇਬਰ ਵੇਰੀਏਬਲ ਹੋਏਗੀ, ਕੀ ਕੈਪੀਟਲ ਵੇਰੀਏਬਲ ਹੋਏਗੀ। ਵੇਰੀਏਬਲ ਦਾ ਮਤਲਬ ਵੀ ਜਿਹੜੀਆਂ ਚੀਜ਼ਾਂ ਈਜ਼ੀਲੀ ਹਿਲਦੀਆਂ ਰਹਿੰਦੀਆਂ ਨੇ, ਜਾਂ ਤੁਸੀਂ ਉਹਨਾਂ ਨੂੰ ਘਟਾ ਵਧਾ ਸਕਦੇ ਹੋ। ਜਿਵੇਂ ਹੁਣ ਲੇਬਰ ਆ, ਜਿਵੇਂ ਤੁਹਾਨੂੰ ਲੱਗਿਆ ਸ਼ਾਰਟ ਟਰਮ ਦੇ ਵਿੱਚ ਵੀ ਮੈਨੂੰ ਕੀ ਆ ਪ੍ਰੋਡਕਸ਼ਨ ਵਧਾਉਣੀ ਪੈਂਦੀ ਆ, ਤਾਂ ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਪਰ ਉਹ ਕੀ ਆ ਪਰਸਨ ਨੂੰ ਬੁਲਾ ਕੇ ਤੁਸੀਂ ਉਹਨਾਂ ਨੂੰ ਪ੍ਰੋਫਿਟ ਜਾਂ ਕਿਸੇ ਚੀਜ਼ ਦਾ ਹੋਰ ਲਾਲਚ ਦੇ ਕੇ ਉਹਨਾਂ ਤੋਂ ਪ੍ਰੋਡਕਸ਼ਨ ਲੈ ਸਕਦੇ ਹੋ। ਤਾਂ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਵੀ ਇੱਕ ਵੇਰੀਏਬਲ ਫੈਕਟਰ ਹੁੰਦਾ ਸ਼ਾਰਟ ਰਨ ਦੇ ਵਿੱਚ, ਵੀ ਅਸੀਂ ਸਾਰੇ ਫੈਕਟਰਾਂ ਨੂੰ ਵੇਰੀਏਬਲ ਨਹੀਂ ਕਰ ਸਕਦੇ, ਕਿਉਂਕਿ ਬਹੁਤ ਥੋੜ੍ਹਾ ਟਾਈਮ ਹੁੰਦਾ ਜਿਹਦੇ ਵਿੱਚ ਅਸੀਂ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ ਹੁੰਦਾ। ਬਟ ਲੌਂਗ ਟਰਮ ਦੇ ਵਿੱਚ ਸਾਰੇ ਫੈਕਟਰ ਕੀ ਹੁੰਦੇ? ਵੇਰੀਏਬਲ ਹੁੰਦੇ ਆ। ਤੁਹਾਡੇ ਕੋਲ ਟਾਈਮ ਵੀ ਹੁੰਦਾ, ਤੁਹਾਡੇ ਕੋਲ ਰਿਸੋਰਸਿਸ ਵੀ ਹੁੰਦੇ ਆ, ਤੁਸੀਂ ਪੈਸੇ ਵੀ ਅਰੇਂਜ ਕਰ ਸਕਦੇ ਹੋ। ਤਾਂ ਇਸ ਕਰਕੇ ਉਹਦੇ ਵਿੱਚ ਜਿੰਨੇ ਵੀ ਫੈਕਟਰ ਆਫ ਪ੍ਰੋਡਕਸ਼ਨ ਅਸੀਂ ਪੜ੍ਹਾਂਗੇ ਉਹ ਸਾਰੇ ਕੀ ਹੁੰਦੇ ਆ? ਵੇਰੀਏਬਲ ਹੁੰਦੇ ਆ, ਯਾਨੀ ਕਿ ਉਹ ਚੇਂਜ ਹੋ ਸਕਦੇ ਆ ਔਨ ਦੀ ਡਿਮਾਂਡ ਆਫ ਸਿਚੁਏਸ਼ਨ, ਵੀ ਜਿਹੋ ਜਿਹੀ ਸਿਚੁਏਸ਼ਨ ਹੋਏਗੀ ਉਸ ਤਰੀਕੇ ਨਾਲ। ਤਾਂ ਸ਼ਾਰਟ ਰਨ ਦੇ ਵਿੱਚ ਇਹਨੂੰ ਅੱਗੇ ਡਿਵਾਈਡ ਕੀਤਾ ਵਾ ਲਾਅ ਆਫ ਵੇਰੀਏਬਲ ਪ੍ਰਪੋਰਸ਼ਨ, ਵੀ ਲਾਅ ਆਫ ਵੇਰੀਏਬਲ ਪ੍ਰਪੋਰਸ਼ਨ, ਵੀ ਜਿੰਨਾ ਪ੍ਰੋਡਕਸ਼ਨ ਦੇ ਵਿੱਚ ਚੇਂਜ ਆਉਂਦਾ ਤਾਂ ਅਸੀਂ ਕਿਹੜਾ ਵੇਰੀਏਬਲ ਫੈਕਟਰ ਨੂੰ ਜ਼ਿਆਦਾ ਚੇਂਜ ਕਰੀਏ ਤਾਂ ਜੋ ਜਿਹੜੀ ਪ੍ਰੋਡਕਸ਼ਨ ਆ ਉਹ ਸਾਡੀ ਜ਼ਿਆਦਾ ਵੱਧ ਕੇ ਨਿਕਲ ਕੇ ਆ ਸਕੇ। ਅਤੇ ਸੈਕਿੰਡ ਹੈਗਾ ਵਾ ਜਿਹੜਾ ਲੌਂਗ ਰਨ ਆ, ਉਹਦੇ ਵਿੱਚ ਲਾਅ ਆਫ ਰਿਟਰਨਸ ਦੇਖੇ ਜਾਂਦੇ ਆ, ਵੀ ਕਿਹੜਾ ਲੈਣਾ ਵਾ ਅਸੀਂ? ਡਿਮਨੀਸ਼ਿੰਗ ਲਾਅ ਆਫ ਰਿਟਰਨਸ ਲੈਣਾ ਵਾ, ਇਨਕਰੀਜ਼ਿੰਗ ਲਾਅ ਆਫ ਰਿਟਰਨ ਲੈਣਾ ਵਾ, ਜਾਂ ਅਸੀਂ ਕੌਨਸਟੈਂਟ ਰਿਟਰਨਸ ਆਫ ਸਕੇਲ ਯੂਜ਼ ਕਰਨਾ ਵਾ। ਇਹ ਡਿਪੈਂਡ ਕਰੇਗਾ, ਅਸੀਂ ਇਹਨੂੰ ਅੱਗੇ ਜਿਵੇਂ ਇਸ ਨੂੰ ਐਲੈਬੋਰੇਟ ਕਰਦੇ ਰਹਾਂਗੇ ਅਤੇ ਉਹਦੇ ਵਿੱਚ ਮੈਂ ਤੁਹਾਨੂੰ ਨਾਲ ਦੀ ਨਾਲ ਇਹਦੇ ਬਾਰੇ ਦੱਸਦਾ ਰਹਾਂਗਾ। ਨੈਕਸਟ ਹੈਗਾ ਵਾ ਮੀਨਿੰਗ ਜਿਹੜਾ ਸ਼ਾਰਟ ਰਨ ਪ੍ਰੋਡਕਸ਼ਨ ਦਾ ਉਹਦਾ ਮੀਨਿੰਗ ਕੀ ਆ? ਫਸਟ ਹੈਗਾ ਵੀ ਸ਼ਾਰਟ ਰਨ ਇਜ਼ ਅ ਪੀਰੀਅਡ ਟਾਈਮ ਵੈਨ ਦੀ ਪ੍ਰੋਡਕਸ਼ਨ ਕੈਨ ਬੀ ਇਨਕਰੀਜ਼ ਓਨਲੀ ਬਾਈ ਦੀ ਇਨਕਰੀਜ਼ ਆਫ ਐਪਲੀਕੇਸ਼ਨ ਆਫ ਵੇਰੀਏਬਲ ਫੈਕਟਰ। ਜਿਹੜੇ ਵੇਰੀਏਬਲ ਫੈਕਟਰ ਹੋਣਗੇ ਜਿਨ੍ਹਾਂ ਨੂੰ ਅਸੀਂ ਯੂਜ਼ ਕਰਕੇ ਅਸੀਂ ਕੀ ਆਪਣੀ ਪ੍ਰੋਡਕਸ਼ਨ ਨੂੰ ਵਧਾ ਘਟਾ ਸਕਦੇ ਹਾਂ, ਤਾਂ ਉਹਨਾਂ ਨੂੰ ਹੀ ਸਿਰਫ ਇੱਕ ਅੱਧਾ ਵੇਰੀਏਬਲ ਫੈਕਟਰ ਹੋਏਗਾ ਜਿਹਦੇ ਨਾਲ ਅਸੀਂ ਇਨਕਰੀਜ਼ ਕਰਕੇ ਆਪਣੀ ਪ੍ਰੋਡਕਸ਼ਨ ਨੂੰ ਕੀ ਆ ਵਧਾ ਸਕਦੇ ਹਾਂ। ਹੁਣ ਇੱਥੇ ਤੁਹਾਨੂੰ ਇੱਕ ਲਾਈਨ ਕਰਵਸ ਦਿੱਤੀ ਗਈ ਆ ਵਾਲੀ, ਇੱਦਾਂ ਵਾਲੀ,
ਇਹ ਲੌਂਗ ਰਨ ਕਰਵਸ ਨੂੰ ਦਰਸਾਉਂਦੀ ਆ, ਜਾਣੀ ਕਿ ਆ ਜਿਹੜੀ ਇੱਦਾਂ ਲਾਈਨ ਬਣੀ ਹੋਈ ਹੈ ਇਹਨੂੰ ਅਸੀਂ ਕਹਿੰਦੇ ਹਾਂ ਲੌਂਗ ਰਨ। ਇਹ ਸਭ ਤੋਂ ਵੱਡੀ ਲੌਂਗ ਰਨ ਹੁੰਦੀ ਹੈ ਜਿਹਦੇ ਵਿੱਚ ਅਸੀਂ ਸਾਰੇ ਵੇਰੀਏਬਲ ਫੈਕਟਰ ਹੁੰਦੇ ਆ। ਅਤੇ ਸ਼ਾਰਟ ਰਨ ਕਿਹੜੇ ਹੁੰਦੇ ਆ, ਜਿਹੜੇ ਆ ਟੱਚ ਕਰਕੇ ਨਿਕਲ ਰਹੇ ਨੇ, ਇਹ ਸਾਰੇ ਸ਼ਾਰਟ ਰਨ ਵੇਰੀਏਬਲ ਫੈਕਟਰਸ ਨੇ ਜਿਹਦੇ ਵਿੱਚ ਅਸੀਂ ਪ੍ਰੋਡਕਸ਼ਨ ਦੇ ਵਿੱਚ ਇਕੁਇਲਮ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਜਿੱਥੇ ਇੱਥੇ ਟੱਚ ਕਰ ਰਿਹਾ, ਇੱਕ ਆਹ ਟੱਚ ਕੀਤੀ ਹੈ, ਇੱਕ ਆਹ ਟੱਚ ਕੀਤੀ ਹੈ ਅਤੇ ਆਹ ਟੱਚ ਕੀਤੀ ਹੈ, ਇੱਥੇ ਇਕੁਇਲਮ ਪੁਆਇੰਟ ਦੇ ਵਿੱਚ ਮੰਨਦੇ ਆ ਜਿੱਥੇ ਉਹ ਜਿੰਨੇ ਫੈਕਟਰ ਯੂਜ਼ ਕਰਦੇ ਸੀ ਤਾਂ ਉਹਦੇ ਨਾਲ ਜਿਹੜੀ ਮਿਲਣ ਵਾਲੀ ਆਊਟਪੁੱਟ ਸੀ ਉਹ ਬਰਾਬਰ ਆ ਰਹੀ ਸੀ। ਫਸਟ ਫੰਕਸ਼ਨ ਦਿੱਤਾ ਇਹਨਾਂ ਨੇ ਕਿਊ, ਕੁਆਂਟਿਟੀ ਦਾ ਪ੍ਰੋਡਕਸ਼ਨ ਫੰਕਸ਼ਨ ਕੀ ਆ, A ਦਾ F ਦਾ ਮਤਲਬ ਹੁੰਦਾ ਫੰਕਸ਼ਨ, L ਦਾ ਮਤਲਬ ਲੇਬਰ, K ਦਾ ਮਤਲਬ ਕੀ ਹੁੰਦਾ ਕੈਪੀਟਲ। ਤਾਂ ਇਕਨੋਮਿਕ ਟਰਮ ਦੇ ਵਿੱਚ ਇਹ ਦੋ ਚੀਜ਼ਾਂ ਯੂਜ਼ ਕੀਤੀਆਂ ਜਾਂਦੀਆਂ ਨੇ, ਮੋਸਟ ਇੰਪੋਰਟੈਂਟ ਫੈਕਟਰਸ ਨੇ ਕਿਸੇ ਵੀ ਚੀਜ਼ ਦੀ ਪ੍ਰੋਡਕਸ਼ਨ ਕਰਨ ਦੇ ਲਈ। ਤਾਂ ਇਹਨਾਂ ਦੇ ਵਿੱਚੋਂ ਇੱਕ ਚੀਜ਼ ਨੂੰ ਅਸੀਂ ਕੀ ਮੰਨਦੇ ਹਾਂ, ਵੇਰੀਏਬਲ ਮੰਨਦੇ ਹਾਂ, ਅਤੇ ਇੱਕ ਨੂੰ ਫਿਕਸਡ ਮੰਨਦੇ ਹਾਂ। ਤਾਂ ਆ ਜਿਹੜਾ ਤੁਸੀਂ ਫੰਕਸ਼ਨ ਦੇਖ ਰਹੇ ਹੋ ਇਹਦੇ ਵਿੱਚ ਅਸੀਂ ਕੀ ਮੰਨਿਆ ਵਾ ਵੀ ਜਿਹੜਾ ਲੇਬਰ ਆ ਉਹ ਵੇਰੀਏਬਲ ਫੈਕਟਰ ਆ। ਜਿਹੜਾ ਲੇਬਰ ਅਸੀਂ ਲੇਬਰ ਨੂੰ ਵਧਾ ਘਟਾ ਸਕਦੇ ਹਾਂ ਸ਼ਾਰਟ ਟਰਮ ਦੇ ਵਿੱਚ, ਪਰ ਜਿਹੜੀ ਕੈਪੀਟਲ ਆ ਉਹ ਫਿਕਸ ਫੈਕਟਰ ਆ ਵੀ ਯਾਨੀ ਕਿ ਉਹਨੂੰ ਅਸੀਂ ਚੇਂਜ ਹੀ ਨਹੀਂ ਕਰ ਸਕਦੇ, ਉਹ ਜਿੱਦਾਂ ਦੀ ਹੈਗੀ ਐਜ਼ ਇਟ ਇਜ਼ ਹੀ ਰਹੇਗੀ। ਲੌਂਗ ਰਨ ਟਾਈਮ ਦੇ ਵਿੱਚ ਜਿਹੜਾ ਇਹ ਪ੍ਰੋਡਕਸ਼ਨ ਫੰਕਸ਼ਨ ਹੁੰਦਾ ਉਹਦੇ ਵਿੱਚ ਫਿਕਸਡ ਫੈਕਟਰ ਅਤੇ ਵੇਰੀਏਬਲ ਫੈਕਟਰ ਕੀ ਹੁੰਦੇ ਆ, ਵੈਨਿਸ਼ ਹੋ ਜਾਂਦੇ ਆ। ਵੈਨਿਸ਼ ਦਾ ਮਤਲਬ ਵੀ ਉਹ ਖਤਮ ਹੋ ਜਾਂਦੇ ਆ। ਲੌਂਗ ਰਨ ਦੇ ਵਿੱਚ ਸਾਡੇ ਕੋਲ ਪੂਰਾ ਟਾਈਮ ਹੁੰਦਾ, ਅਸੀਂ ਇਹਨਾਂ ਦੋਹਾਂ ਚੀਜ਼ਾਂ ਨੂੰ ਵਧਾ ਘਟਾ ਸਕਦੇ ਹਾਂ। ਤਾਂ ਇਹਦਾ ਫੰਕਸ਼ਨ ਕੀ ਬਣੇਗਾ, Q ਇਜ਼ ਇਕੁਅਲ ਟੂ F K L, ਠੀਕ ਹੈ ਜੀ। ਤਾਂ ਜਿਹੜਾ ਅਸੀਂ ਪਹਿਲਾਂ ਪੜ੍ਹਿਆ ਸੀਗਾ ਜਿਹਦੇ ਵਿੱਚ ਅਸੀਂ ਸ਼ਾਰਟ ਰਨ ਦੀ ਗੱਲ ਕੀਤੀ ਸੀ, S ਸ਼ਾਰਟ ਰਨ, L ਲੌਂਗ ਰਨ, ਅਤੇ ਸ਼ਾਰਟ ਰਨ ਦੇ ਵਿੱਚ ਅਸੀਂ ਗੱਲ ਕੀਤੀ ਸੀ ਵੀ F ਇਜ਼ ਇਕੁਅਲ ਟੂ L K। ਤਾਂ L ਦੇ ਉੱਪਰ ਇੱਕ ਬਾਰ ਜੀ ਬਣੀ ਹੁੰਦੀ ਹੈ, ਇਹਨੂੰ ਕਹਿੰਦੇ ਹੁੰਦੇ ਆ ਵੇਰੀਏਬਲ। ਇਹ ਵੇਰੀਏਬਲ ਨੂੰ ਦਰਸਾਉਂਦਾ ਵੀ ਇਹ ਵੇਰੀਏਬਲ ਫੈਕਟਰ ਆ, ਬਾਕੀ ਜਿਹੜੇ ਨੇ ਉਹ ਕਾਂਸਟੈਂਟ ਜਾਂ ਕਹਿ ਦਿਓ ਫਿਕਸਡ ਫੈਕਟਰ ਹੈਗੇ ਨੇ। ਤਾਂ ਲੌਂਗ ਰਨ ਦੇ ਵਿੱਚ ਤੁਸੀਂ ਯਾਦ ਰੱਖਣਾ ਵੀ ਸਾਡੇ ਕੋਲ ਜਿੰਨੇ ਵੀ ਰਿਸੋਰਸ ਹੋਣਗੇ ਅਸੀਂ ਉਹਨੂੰ ਵੇਰੀ ਕਰ ਸਕਦੇ ਹਾਂ। ਚਾਹੇ ਤੁਸੀਂ ਕਿਸੇ ਚੀਜ਼ ਦੀ ਐਗਜ਼ਾਮਪਲ ਲੈ ਲਓ, ਅਸੀਂ ਐਗਜ਼ਾਮਪਲ ਲੈ ਰਹੇ ਹਾਂ ਕੋਲਡ ਡਰਿੰਕ ਦੀ ਸ਼ਾਪਸ ਦੀ ਲਗਾ ਲਓ ਵੀ ਕੋਲਡ ਡਰਿੰਕਸ ਦੇ ਜਿਹੜੇ ਪ੍ਰੋਡਕਸ਼ਨ ਕਰਦੇ ਆ ਉਹਨਾਂ ਨੂੰ ਜੇਕਰ ਉਹਨਾਂ ਪਤਾ ਹੋਵੇ ਵੀ ਸਾਡੇ ਆਉਣ ਵਾਲੇ ਕੁਝ ਸਮੇਂ ਤੱਕ 6-7 ਮਹੀਨੇ ਵਿੱਚ ਜਿਹੜੀ ਸਾਡੀ ਡਿਮਾਂਡ ਆ ਉਹ ਵੱਧ ਜਾਏਗੀ, ਤਾਂ ਉਹਨਾਂ ਕੋਲ 6 ਮਹੀਨੇ ਦਾ ਟਾਈਮ ਹੈਗਾ ਵੀ ਉਹ ਆਪਣੀ ਪ੍ਰੋਡਕਸ਼ਨ ਨੂੰ ਡਬਲ ਕਰ ਸਕਦੇ ਆ, ਜਾਂ ਉਹਨਾਂ ਕੋਲ ਫੈਕਟਰ ਆਫ ਰਿਸੋਰਸਿਸ ਹੁੰਦੇ ਆ ਜਿਨ੍ਹਾਂ ਦੇ ਨਾਲ ਉਹ ਆਪਣੇ ਆਪ ਨੂੰ ਉਸ ਦੇ ਵਿੱਚ ਸਟੈਬਲਿਸ਼ ਕਰਕੇ ਆਪਣੀ ਪ੍ਰੋਡਕਸ਼ਨ ਨੂੰ ਇੱਕਦਮ ਇਨਕਰੀਜ਼ ਕਰ ਸਕਦੇ ਆ। ਅਤੇ ਸੈਕਿੰਡ ਜਿਹੜਾ ਵਾ ਸ਼ਾਰਟ ਰਨ ਦੀ ਅਸੀਂ ਐਗਜ਼ਾਮਪਲ ਲੈ ਸਕਦੇ ਹਾਂ ਸੈਨੀਟਾਈਜ਼ਰ ਦੀ। ਤੁਹਾਨੂੰ ਹੁਣੀ ਪਤਾ ਸੀ ਕੋਵਿਡ-19 ਦੇ ਵਿੱਚ ਕੀ ਹੋਇਆ, ਸਾਡੇ ਕੋਲ ਕੀ ਆ ਉਸ ਸਮੇਂ ਕੀ ਸੀਗਾ ਵੀ ਸੈਨੀਟਾਈਜ਼ਰ ਦੀ ਡਿਮਾਂਡ ਇੱਕਦਮ ਵੱਧ ਗਈ। ਤਾਂ ਇਹਦਾ ਰੀਜ਼ਨ ਕੀ ਸੀਗਾ ਵੀ ਕਿਉਂਕਿ ਉਸ ਚੀਜ਼ਾਂ ਨੂੰ ਲੋਕ ਪ੍ਰੈਫਰ ਕਰਨ ਲੱਗ ਗਏ, ਉਹਨਾਂ ਨੂੰ ਪਤਾ ਲੱਗਿਆ ਵੀ ਕੋਵਿਡ-19 ਤੋਂ ਪ੍ਰੀਕਾਸ਼ਨ ਦੇ ਲਈ ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈ ਸੈਨੀਟਾਈਜ਼ਰ। ਤਾਂ ਉਹਨਾਂ ਦੀ ਪ੍ਰੋਡਕਸ਼ਨ ਉਸ ਤਰੀਕੇ ਦੀ ਨਹੀਂ ਹੋ ਸਕੀ। ਉਹਨਾਂ ਨੂੰ ਪਤਾ ਲੱਗਿਆ ਸ਼ਾਰਟ ਰਨ ਦੇ ਵਿੱਚ ਹੀ ਉਹਨਾਂ ਬੰਦੇ ਨੂੰ ਪਤਾ ਲੱਗਿਆ ਵੀ ਸਾਡਾ ਕੀ ਆ, ਸਾਡੀ ਜਿਹੜੀ ਪ੍ਰੋਡਕਸ਼ਨ ਉਹਨੂੰ ਵਧਾਉਣਾ ਪਏਗਾ। ਤਾਂ ਉਹਨਾਂ ਕੋਲ ਉਨੀ ਲੇਬਰ ਨਹੀਂ ਸੀਗੀ, ਤਾਂ ਉਹਨਾਂ ਨੇ ਕੀ ਕੀਤਾ, ਪੈਸਾ ਵੀ ਨਹੀਂ ਸੀਗਾ ਵੀ ਉਹ ਮਾਰਕੀਟ ਦੇ ਵਿੱਚ ਪੈਸਾ ਚੱਕ ਸਕਣ ਕਿਉਂਕਿ ਸਾਰੀਆਂ ਇੰਡਸਟਰੀਜ਼ ਬੰਦ ਹੋ ਚੁੱਕੀਆਂ ਸੀਗਾ। ਤਾਂ ਉਹਨਾਂ ਕੋਲ ਪੈਸੇ ਦਾ ਕੋਈ ਰਿਸੋਰਸ ਨਹੀਂ ਸੀਗਾ, ਤਾਂ ਉਹਨਾਂ ਨੇ ਲੇਬਰ ਨੂੰ ਯੂਜ਼ ਕੀਤਾ, ਲੇਬਰ ਨੂੰ ਲੈ ਕੇ ਆਉਂਦਾ, ਸ਼ਿਫਟਿਸ ਚਲਾਈਆਂ, 24 ਘੰਟੇ ਦੇ ਵਿੱਚ ਵਰਕ ਕੀਤਾ ਅਤੇ ਸੈਨੀਟਾਈਜ਼ਰ ਦੀ ਜਿਹੜੀ ਡਿਮਾਂਡ ਆ ਉਹਨੂੰ ਫੁੱਲਫਿਲ ਕੀਤਾ। ਤਾਂ ਇਹ ਵੇ ਸੀਗਾ ਉਹਨਾਂ ਨੇ ਇੱਕ ਵੇਰੀਏਬਲ ਫੈਕਟਰ ਯੂਜ਼ ਕੀਤਾ ਅਤੇ ਦੂਜਾ ਉਹਨਾਂ ਲਈ ਕੌਂਸਟੈਂਟ ਸੀਗਾ, ਜਾਣੀ ਕਿ ਉਹਨਾਂ ਨੂੰ ਚੇਂਜ ਨਹੀਂ ਕਰ ਸਕਦੇ ਸੀ। ਫਿਕਸ ਫੈਕਟਰ ਸੀਗਾ ਕੈਪੀਟਲ, ਵੀ ਉਹਨਾਂ ਕੋਲ ਪੈਸਾ ਨਹੀਂ ਸੀਗਾ, ਨਾ ਬੈਂਕ ਓਪਨ ਹੋ ਰਹੇ ਸੀ ਉਸ ਸਮੇਂ ਦੇ ਵਿੱਚ, ਨਾ ਕੋਈ ਹੋਰ ਰਿਸੋਰਸ ਸੀ ਜਿੱਥੋਂ ਉਹ ਪੈਸਾ ਰਾਈਜ਼ ਕਰ ਸਕਦੇ ਸੀ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਹੈ ਸਾਡੇ ਕੋਲ ਡਿਫਰੈਂਸ ਪੜ੍ਹਾਂਗੇ ਸ਼ਾਰਟ ਰਨ ਅਤੇ ਲੌਂਗ ਰਨ ਦਾ। ਮੀਨਿੰਗ ਕੀ ਹੈ ਪਹਿਲਾਂ ਸ਼ਾਰਟ ਰਨ ਦੇ ਵਿੱਚ, ਸ਼ਾਰਟ ਰਨ ਜਿਹੜਾ ਪ੍ਰੋਡਕਸ਼ਨ ਫੰਕਸ਼ਨ ਆ ਉਹ ਕੀ ਆ, ਟਾਈਮ ਪੀਰੀਅਡ ਦੇ ਨਾਲ ਡੋਨੇਟ ਕਰਦਾ। ਇਹਦੇ ਵਿੱਚ ਐਟਲੀਸਟ ਇੱਕ ਫੈਕਟਰ ਕੀ ਹੋਏਗਾ, ਉਹ ਫਿਕਸਡ ਹੋਏਗਾ, ਘੱਟੋ ਘੱਟ ਇੱਕ ਫੈਕਟਰ ਜਿਹੜਾ ਹੋਏਗਾ ਉਹ ਫਿਕਸਡ ਹੋਏਗਾ, ਇਹ ਟਾਈਮ ਪੀਰੀਅਡ ਦੇ ਨਾਲ ਚੱਲਦਾ ਵਾ। ਅਤੇ ਇਹਦੇ ਵਿੱਚ ਲੌਂਗ ਰਨ ਦੇ ਵਿੱਚ ਇਹ ਵੀ ਟਾਈਮ ਫੈਕਟਰ ਦੇ ਨਾਲ ਹੀ ਚੱਲਦਾ ਵਾ, ਪਰ ਇਹਦੇ ਵਿੱਚ ਜਿਹੜੇ ਫੈਕਟਰਸ ਹੁੰਦੇ ਆ ਉਹ ਸਾਰੇ ਕਹਿੰਦੇ ਆ ਵੇਰੀਏਬਲ ਹੁੰਦੇ ਆ, ਵੀ ਜਾਣੀ ਕਿ ਉਹ ਚੇਂਜ ਹੋਣ ਵਾਲੇ ਫੈਕਟਰ ਨੇ, ਉਹ ਕਦੀ ਵੀ ਕੀ ਆ ਕੌਂਸਟੈਂਟ ਨਹੀਂ ਰਹਿੰਦੇ, ਉਹ ਹਮੇਸ਼ਾ ਕੀ ਆ ਚੇਂਜ ਹੁੰਦੇ ਰਹਿੰਦੇ ਆ। ਲੌ, ਇਹਦਾ ਲੌ ਕੀ ਸੀਗਾ, ਇਹਦੇ ਵਿੱਚ ਲੌ ਆਫ ਵੇਰੀਏਬਲ ਪ੍ਰਪੋਰਸ਼ਨ ਯੂਜ਼ ਕੀਤਾ ਜਾਂਦਾ। ਵੀ ਵੇਰੀਏਬਲ ਪ੍ਰਪੋਰਸ਼ਨ ਦਾ ਮਤਲਬ ਵੀ ਜੇ ਅਸੀਂ ਲੇਬਰ ਦੇ ਵਿੱਚ ਕਿੰਨਾ ਚੇਂਜ ਕਰੀਏ ਤਾਂ ਜੋ ਉਹਦੀ ਜਿਹੜੀ ਪ੍ਰੋਡਕਸ਼ਨ ਆ ਉਹਦੇ ਵਿੱਚ ਕਿੰਨਾ ਚੇਂਜ ਆਏਗਾ। ਤਾਂ ਇੱਥੇ ਲੌ ਆਫ ਵੇਰੀਏਬਲ ਪ੍ਰਪੋਰਸ਼ਨ ਲੱਗਦਾ ਵਾ। ਅਤੇ ਇੱਥੇ ਹੁੰਦਾ ਲੌ ਆਫ ਰਿਟਰਨਸ ਆਫ ਸਕੇਲ, ਇਹਦੇ ਵਿੱਚ ਹੁੰਦਾ ਵੀ ਅਸੀਂ ਜਿਹੜੇ ਸਾਰੇ ਵੇਰੀਏਬਲ ਫੈਕਟਰ ਜਿਹੜੇ ਨੇ ਉਹਨਾਂ ਨੂੰ ਯੂਜ਼ ਕੀਤਾ ਤਾਂ ਸਾਡੀ ਸਕੇਲ ਜਾਣੀ ਕਿ ਉਹਦੀ ਪ੍ਰੋਡਕਸ਼ਨ ਦੇ ਵਿੱਚ ਕਿੰਨਾ ਕੁ ਇਨਕਰੀਜ਼ ਆਇਆ, ਕਿੰਨਾ ਕੁ ਡਿਕਰੀਜ਼ ਆਇਆ, ਜਾਂ ਉਹ ਬਰਾਬਰ ਰਹੀ, ਉਹਦੇ ਬਾਰੇ ਡਿਸਕਸ ਕੀਤਾ ਜਾਂਦਾ, ਉਹਨੂੰ ਕਿਹਾ ਜਾਂਦਾ ਸਕੇਲ। ਨੈਕਸਟ ਹੈਗਾ ਵਾ ਸਕੇਲ ਆਫ ਪ੍ਰੋਡਕਸ਼ਨ, ਵੀ ਪ੍ਰੋਡਕਸ਼ਨ ਦੇ ਸਕੇਲ ਕਿਹੜੇ ਕਿਹੜੇ ਹੁੰਦੇ ਆ। ਇਹਦੇ ਵਿੱਚ ਕੋਈ ਪ੍ਰੋਡਕਸ਼ਨ ਦਾ ਸਕੇਲ ਨਹੀਂ ਯੂਜ਼ ਕੀਤਾ ਜਾਂਦਾ, ਬਟ ਇਹਦੇ ਵਿੱਚ ਜਿਹੜੇ ਪ੍ਰੋਡਕਸ਼ਨ ਦੇ ਸਕੇਲ ਹੁੰਦੇ ਆ ਉਹ ਚੇਂਜ ਕੀਤੇ ਜਾ ਸਕਦੇ ਆ, ਜਾਣੀ ਕਿ ਅਸੀਂ ਪ੍ਰੋਡਕਸ਼ਨ ਨੂੰ ਵਧਾਉਣ ਬਾਰੇ ਸੋਚ ਸਕਦੇ ਹਾਂ, ਪ੍ਰੋਡਕਸ਼ਨ ਨੂੰ ਘਟਾਉਣ ਬਾਰੇ ਸੋਚ ਸਕਦੇ ਹਾਂ, ਜਾਂ ਪ੍ਰੋਡਕਸ਼ਨ ਨੂੰ ਕੰਟੀਨਿਊਸਲੀ ਓਨਾ ਹੀ ਰੱਖ ਕੇ ਚਲਾਉਣ ਬਾਰੇ ਸੋਚ ਸਕਦੇ ਹਾਂ। ਨੈਕਸਟ ਹੈਗਾ ਸਾਡੇ ਕੋਲ ਇਹਦੀ ਜਿਹੜੀ ਰੇਸ਼ੋ ਹੁੰਦੀ ਆ, ਰੇਸ਼ੋ ਇਨ ਦਾ ਸੈਂਸ ਵੀ ਜਿਹੜੇ ਫੈਕਟਰ ਰੇਸ਼ੋ ਹੁੰਦੀ ਆ। ਫੈਕਟਰ ਰੇਸ਼ੋ ਦਾ ਮਤਲਬ ਵੀ ਜਿਹੜੇ ਸਾਡੇ ਫੈਕਟਰ ਯੂਜ਼ ਹੋ ਰਹੇ ਨੇ ਉਹ ਕਿਹੜੀ ਰੇਸ਼ੋ ਦੇ ਵਿੱਚ ਕਰਾਂਗੇ। ਇਹਦੇ ਵਿੱਚ ਜਿਹੜਾ ਫੈਕਟਰ ਰੇਸ਼ੋ ਅਸੀਂ ਕੋਈ ਵੀ ਬੰਦਾ ਇਹਦੇ ਵਿੱਚ ਚੇਂਜ ਨਹੀਂ ਕਰਦਾ ਹੈਗਾ, ਨੋ ਚੇਂਜ ਹੁੰਦਾ ਵਾ, ਨਹੀਂ ਸੌਰੀ ਇੱਥੇ ਚੇਂਜ ਹੁੰਦੇ ਰਹਿੰਦੇ ਆ ਕਿਉਂਕਿ ਇੱਥੇ ਲੇਬਰ ਜਾਂ ਕੈਪੀਟਲ ਦੋਹਾਂ ਵਿੱਚੋਂ ਅਸੀਂ ਇੱਕ ਨੂੰ ਚੇਂਜ ਕਰਾਂਗੇ ਇਹ ਚੇਂਜ ਹੁੰਦੇ ਆ। ਬਟ ਜਿਹੜੇ ਇਹ ਵਾਲੇ ਹੁੰਦੇ ਆ ਇਹਨਾਂ ਨੂੰ ਨੋ ਚੇਂਜ ਕੀਤਾ ਜਾਂਦਾ, ਯਾਨੀ ਕਿ ਇਹਦੇ ਵਿੱਚੋਂ ਚੇਂਜ ਪ੍ਰਪੋਰਸ਼ਨ ਨਹੀਂ ਕੀਤਾ ਜਾਂਦਾ ਹੈਗਾ। ਨੈਕਸਟ ਹੈਗਾ ਵਾ ਐਂਟਰੀ ਐਂਡ ਐਗਜ਼ਿਟ।
ਵੀ ਜਿਹੜੇ ਇਹਦੇ ਵਿੱਚ ਵੇਰੀਏਬਲਸ ਹੁੰਦੇ ਆ ਐਂਟਰੀ ਐਗਜ਼ਿਸਟੈਂਸ ਦਾ ਹੁੰਦਾ ਹੀ ਆ, ਅਤੇ ਇਹਦੇ ਵਿੱਚ ਜਿਹੜੀ ਫਰਮ ਹੁੰਦੀ ਆ ਉਹ ਸ਼ਟ ਡਾਊਨ ਵੀ ਹੋ ਸਕਦੀ ਹੈ। ਸ਼ਟ ਡਾਊਨ ਦਾ ਮਤਲਬ ਵੀ ਬਿਜ਼ਨਸ ਬੰਦ ਵੀ ਹੋ ਸਕਦਾ ਵਾ, ਅਤੇ ਉਹ ਕੀ ਆ ਕੈਨੋਟ ਫੁਲੀ ਐਗਜ਼ਿਟ, ਪਰ ਉਹ ਕੀ ਆ ਪੂਰੀ ਤਰ੍ਹਾਂ ਬਿਜ਼ਨਸ ਦੇ ਵਿੱਚੋਂ ਬਾਹਰ ਨਹੀਂ ਨਿਕਲਦੇ ਹੈਗੇ। ਉਹ ਬਿਜ਼ਨਸ ਥੋੜ੍ਹਾ ਜਿਹਾ ਟਾਈਮ ਉਹਨਾਂ ਰੁਕ ਜਾਂਦਾ ਵਾ, ਜਿਵੇਂ ਹੁਣ ਲੋਕਡਾਊਨ ਦੇ ਕਰਕੇ ਸਾਰਿਆਂ ਦੇ ਬਿਜ਼ਨਸ ਸ਼ਟ ਡਾਊਨ ਹੋ ਗਏ ਸੀਗੇ, ਪਰ ਇਸ ਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਫਰਮ ਜਿਹੜੀ ਆ ਉਹ ਖਤਮ ਹੀ ਹੋ ਚੁੱਕੀ ਆ। ਤਾਂ ਉਹ ਫਰਮ ਕੀ ਆ, ਉਹ ਜਦੋਂ ਇਹ ਚੀਜ਼ਾਂ ਤੋਂ ਉੱਭਰੇਗੀ ਉਹ ਫਿਰ ਦੁਬਾਰਾ ਤੋਂ ਫਿਰ ਆਪਣਾ ਬਿਜ਼ਨਸ ਰਨ ਕਰ ਸਕਦੀ ਹੈ। ਪਰ ਇਹਦੇ ਵਿੱਚ ਕੀ ਆ, ਫਰਮ ਦੀ ਕੋਲ ਫ੍ਰੀ ਐਂਟਰੀ ਹੁੰਦੀ, ਕੋਈ ਬੰਦਾ ਆ ਸਕਦਾ, ਕੋਈ ਬੰਦਾ ਜਾ ਸਕਦਾ। ਇਹਦੇ ਵਿੱਚ ਕਿਸੇ ਦੀ ਵੀ ਕੋਈ ਐਲੀਗੇਸ਼ਨ ਨਹੀਂ ਹੁੰਦੀ ਅਤੇ ਕੋਈ ਵੀ ਉਹਨਾਂ 'ਤੇ ਰੋਕ ਟੋਕ ਨਹੀਂ ਲਗਾ ਸਕਦਾ। ਇਹ ਸੀਗਾ ਅੱਜ ਦਾ ਸੈਸ਼ਨ, ਜਿਹਦੇ ਵਿੱਚ ਅਸੀਂ ਗੱਲ ਕੀਤੀ ਆ ਮਾਈਕਰੋ ਇਕਨੋਮਿਕਸ ਦੇ ਮੋਸਟ ਇੰਪੋਰਟੈਂਟ ਟੌਪਿਕ ਥਿਊਰੀ ਆਫ ਪ੍ਰੋਡਕਸ਼ਨ ਜਾਂ ਪ੍ਰੋਡਕਸ਼ਨ ਥਿਊਰੀ ਦੇ ਬਾਰੇ, ਵੀ ਪ੍ਰੋਡਕਸ਼ਨ ਹੁੰਦੀ ਕੀ ਆ, ਪ੍ਰੋਡਕਸ਼ਨ ਲੌਂਗ ਰਨ ਸ਼ਾਰਟ ਰਨ ਕੀ ਸੀਗਾ, ਲਾਅ ਆਫ ਵੇਰੀਏਬਲ ਪ੍ਰਪੋਰਸ਼ਨ ਹੈ। ਅੱਗੇ ਅਸੀਂ ਹੋਰ ਜਿਵੇਂ ਵੀਡੀਓਜ਼ ਦੇ ਨੈਕਸਟ ਪਾਰਟ ਬਣਨਗੇ ਤਾਂ ਉਹਦੇ ਵਿੱਚ ਅਸੀਂ ਨਾਲ ਦੀ ਨਾਲ ਇਹਦੀ ਡਿਸਕਸ ਕਰਾਂਗੇ। ਤਾਂ ਜਿਹੜਾ ਇਹ ਤੁਹਾਨੂੰ ਡਿਫਰੈਂਸ ਦੱਸਿਆ ਗਿਆ, ਤੁਸੀਂ ਇਹ ਡਿਫਰੈਂਸ ਨੂੰ ਲਰਨ ਕਰਨਾ ਵਾ, ਇਹਨੂੰ ਟਰਾਈ ਕਰਨਾ ਵਾ। ਹੋ ਸਕਦਾ ਵਾ ਵੀ ਅਸੀਂ ਬਿਟਵੀਨ ਇਸ ਵੀਕ ਦੇ ਵਿੱਚ ਇੱਕ ਛੋਟਾ ਜਿਹਾ ਟੈਸਟ ਵੀ ਲਈਏ, ਤਾਂ ਜੋ ਬੱਚਿਆਂ ਦੀ ਰਿਵੀਜ਼ਨ ਵੀ ਹੋ ਸਕੇ ਅਤੇ ਮੈਨੂੰ ਵੀ ਪਤਾ ਲੱਗ ਸਕੇ ਵੀ ਬੱਚਿਆਂ ਨੂੰ ਕਿੰਨਾ ਕੁ ਕਨਸੈਪਟ ਦੀ ਕਲੈਰਿਟੀ ਹੋਈ ਹੈ। ਤਾਂ ਇੱਕ ਛੋਟਾ ਜਿਹਾ ਟੈਸਟ ਬੇਸਡ ਹੋਏਗਾ ਅਕਾਊਂਟੈਂਸੀ ਇਕਨੋਮਿਕਸ ਅਤੇ ਬਿਜ਼ਨਸ ਸਟੱਡੀ ਦਾ, ਜਿਹਦੇ ਵਿੱਚ ਅਸੀਂ ਫਸਟ ਚੈਪਟਰ ਦੇ ਥੋੜ੍ਹੇ ਬਹੁਤ ਛੋਟੇ ਜਿਹੇ ਟੈਸਟ ਲਵਾਂਗੇ ਅਤੇ ਤੁਸੀਂ ਉਹ ਟੈਸਟ ਨੂੰ ਪਰਫੋਰਮ ਕਰਨਾ ਵਾ। ਉਹ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਹਰੇਕ ਵੀਡੀਓ ਦੇ ਐਂਡ ਦੇ ਵਿੱਚ ਮਿਲ ਜਾਏਗਾ, ਤਾਂ ਤੁਸੀਂ ਉਹਨੂੰ ਟਰਾਈ ਕਰਨੀ ਹੈ ਉਸ ਚੀਜ਼ ਨੂੰ ਦੇਣ ਦੀ, ਅਤੇ ਉਹਦੇ ਆਨਸਰ ਜਿਹੜੇ ਨੇ ਉਹ ਮੇਰੇ ਕਮੈਂਟ ਬਾਕਸ ਦੇ ਵਿੱਚ ਪਾਉਣੇ ਆ, ਤਾਂ ਜੋ ਮੈਂ ਵੀ ਦੇਖ ਸਕਾਂ ਵੀ ਮੇਰੇ ਕਿੰਨੇ ਕੁ ਬੱਚੇ ਜਿਹੜੇ ਨੇ ਉਹ ਇਸ ਟੈਸਟ ਨੂੰ ਵਧੀਆ ਢੰਗ ਨਾਲ ਕਰ ਰਹੇ ਨੇ ਅਤੇ ਕਿੰਨਾ ਕੁ ਉਹਨਾਂ ਨੂੰ ਕਨਸੈਪਟ ਦੀ ਕਲੈਰਿਟੀ ਹੋਈ ਆ। ਲਾਸਟ ਦੇ ਵਿੱਚ ਫਿਰ ਮੈਂ ਕਹਾਂਗਾ ਵੀ ਜਿਹੜੇ ਬੱਚਿਆਂ ਨੇ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਨ। ਜਸਟ ਡੂ ਇਟ ਫॉर ਬ੍ਰਾਈਟ ਫਿਊਚਰ, ਅਤੇ ਹੈਪੀ ਰਹਿਣ ਅਤੇ ਸਟੇ ਹੋਮ ਦੇ ਵਿੱਚ ਰਹਿ ਕੇ ਹੀ ਉਹ ਸਟੱਡੀ ਕਰਨ। ਅਤੇ ਜੇਕਰ ਕਿਸੇ ਚੀਜ਼ ਦੀ ਪ੍ਰੋਬਲਮ ਅਰਾਈਜ਼ ਹੁੰਦੀ ਹੈ ਤਾਂ ਮੇਰੇ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਨੇ, ਅਤੇ ਮੈਂ ਉਹਨਾਂ ਦਾ ਸੌਰਟ ਆਊਟ ਕਰਨ ਦੀ ਕੋਸ਼ਿਸ਼ ਕਰਾਂਗਾ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।